ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਏ ਸ਼ਰਵਣੋ ਮੇਰਿਓ, ਸਾਚੈ ਸੁਣਨੈ ਨੂੰ ਪਠਾਏ। ਸਾਚੈ ਸੁਣਨੈ ਨੂੰ ਪਠਾਏ, ਸ਼ਰੀਰ ਲਾਏ। ਸੁਨੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਰਸਨਾ ਰਸ ਸਮਾਣੀ, ਸਚ ਅਲਖ ਵਿਡਾਣੀ। ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਨੋ। ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਨੋ। ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਏ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਬੜੇ ਪਿਆਰ, ਬੜੇ ਭਾਵਨਾ, ਬੜੀ ਇਕਾਗਰਤਾ ਦੇ ਨਾਲ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਕੱਦਸ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਪਾਵਨ ਸ਼੍ਰੀ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਇਹਨਾਂ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਅੰਮ੍ਰਿਤਮਈ ਬਾਣੀ ਦੇ ਅੰਦਰੋਂ ਵਿਚਾਰ ਅਧੀਨ ਪਾਵਨ ਪੌੜੀ 37 ਨੰਬਰ ਪੌੜੀ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ 922 ਅੰਗ ਤੇ ਸੁਭਾਈਮਾਨ ਹੈ। ਇਸ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਆਓ ਸੰਗਤ ਜੀ, ਜੋ ਸਮਾਂ ਸਤਿਗੁਰ ਨੇ ਬਖਸ਼ਿਆ, ਸਮੇਂ ਦੇ ਅਧੀਨ ਰਹਿ ਕੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪਾਂ ਸਤਿਗੁਰ ਕੀ ਅੰਮ੍ਰਿਤ ਬਾਣੀ ਦੇ ਅੰਦਰੋਂ ਸਤਿਗੁਰ ਕੇ ਪਾਵਨ ਜੀਵਨ ਦੀ ਟੇਕ ਲੈ ਕੇ ਸਮਝਣ ਦਾ ਯਤਨ ਕਰਨਾ ਹੈ। ਕਰੋ ਕਿਰਪਾ, ਆਪ ਜਿਤਨੇ ਤਨ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ, ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਆਪ ਸੰਗਤ ਦੇਹੋ ਅਸੀਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਇਹ ਸ਼ਰਵਨੋ ਮੇਰਿਓ, ਸਾਚੈ ਸੁਣਨੇ ਨੂੰ ਪਠਾਏ। ਸਾਚੈ ਸੁਣਨੇ ਨੂੰ ਪਠਾਏ, ਸ਼ਰੀਰ ਲਾਏ। ਸੁਣੋ ਸਤ ਬਾਣੀ। ਦੁਨੀਆ ਦੇ ਅੰਦਰ ਮਨੁੱਖ ਨੂੰ ਜਿਸ ਕਾਰਜ ਲਈ ਉਸ ਮਾਲਕ ਅਕਾਲ ਪੁਰਖ ਨੇ ਭੇਜਿਆ, ਪਠਾਇਆ ਜਗਤ ਵਿੱਚ, ਇਸ ਮਾਤ ਲੋਕ ਦੇ ਅੰਦਰ ਜਾਂ ਇਸ ਅੰਮ੍ਰਿਤ ਮੰਡਲ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਖਸ਼ਿਸ਼ ਕਰਦੀ ਹੈ ਕਿ ਮਨੁੱਖ ਦੇ ਜੀਵਨ ਦਾ ਕੋਈ ਨਿਸ਼ਾਨਾ ਹੈ, ਕੋਈ ਏਮ ਹੈ।
ਔਰ ਉਹ ਨਿਸ਼ਾਨਾ ਹੈ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਮਿਲਾਪ ਕਰਨਾ। ਇੰਜ ਸਮਝ ਲਓ ਵੀ ਮਨੁੱਖ ਇਸ ਜਗਤ ਸੰਸਾਰ ਦੇ ਅੰਦਰ ਇੱਕ ਵਪਾਰੀ ਬਣ ਕੇ ਆਇਆ ਹੈ। ਇਹ ਆਪਣੇ ਜੀਵਨ ਦੇ ਅੰਦਰ ਵਪਾਰ ਕਰਦਾ ਹੈ ਤੇ ਵਪਾਰ ਕਰਨ ਤੋਂ ਬਾਅਦ ਇਹਨੇ ਮੁੜ ਕੇ ਫਿਰ ਆਪਣੇ ਘਰ ਦੇ ਵਿੱਚ ਵਾਪਸ ਪਹੁੰਚਣਾ ਹੈ। ਪਰ ਇਸ ਵਪਾਰ ਕਰਨ ਤੋਂ ਪਹਿਲਾਂ ਉਸ ਮਾਲਕ ਕਰਤੇ ਨੇ, ਉਸ ਪਰਿਪੂਰਨ ਪਰਮਾਤਮਾ ਰੂਪੀ ਪਿਤਾ ਨੇ ਇਹਦੇ ਹੱਥ ਤੇ ਕੁਝ ਪੂੰਜੀ ਰੱਖੀ। ਉਸ ਪੂੰਜੀ ਦਾ ਵਪਾਰ ਪਰਮਾਤਮਾ ਨੇ ਇਹਨੂੰ ਜਗਤ ਵਿੱਚ ਕਰਨ ਦੇ ਲਈ ਭੇਜਿਆ ਔਰ ਇਹ ਬਚਨ ਕਹੇ ਵੀ ਇਸ ਪੂੰਜੀ ਦੇ ਨਾਲ ਤੂੰ ਲਾਭ ਖੱਟ ਕੇ ਆਣਾ ਹੈ। ਇਸ ਪੂੰਜੀ ਦੇ ਨਾਲ ਜਿਹੜਾ ਵੀ ਤੂੰ ਵਪਾਰ ਕਰਨਾ ਹੈ ਉਹ ਵਪਾਰ ਲਾਭ ਦਾ ਹੋਣਾ ਚਾਹੀਦਾ ਹੈ, ਉਹ ਸੌਦਾ ਲਾਭ ਦਾ ਹੋਣਾ ਚਾਹੀਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਜਿਹੜੇ ਸਿਆਣੇ ਨੇ, ਜਿਨ੍ਹਾਂ ਸਤਿਗੁਰ ਦੇ ਮਾਲਕ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਸਮਝ ਲਿਆ, ਉਹਨਾਂ ਨੇ ਆਪਣੇ ਮਾਲਕ ਦੀ ਬਖਸ਼ੀ ਹੋਈ ਸੁਆਸਾ ਰੂਪੀ ਪੂੰਜੀ ਦੇ ਨਾਲ ਸੰਸਾਰ ਵਿੱਚ ਭਲਾ ਤੇ ਚੰਗਾ ਵਪਾਰ ਕੀਤਾ। ਸ਼ੁਭ ਗੁਣ ਵਿਹਾਜੇ, ਚੰਗੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ। ਇਹਨਾਂ ਸੁਆਸਾਂ ਨੂੰ ਅਜਾਈ ਨਹੀਂ ਗਵਾਇਆ। ਇੱਕ ਇੱਕ ਸਵਾਸ ਉਹਨਾਂ ਨੇ ਪਰਮਾਤਮਾ ਦੀ ਰਜ਼ਾ ਵਿੱਚ ਬਤੀਤ ਕੀਤਾ, ਪਰਮਾਤਮਾ ਦੇ ਹੁਕਮ ਵਿੱਚ ਬਤੀਤ ਕੀਤਾ। ਇੱਕ ਇੱਕ ਸਵਾਸ ਰੂਪੀ ਪੂੰਜੀ ਦੇ ਨਾਲ ਉਹਨਾਂ ਨੇ ਚੰਗੇ ਤੇ ਸ਼ੁਭ ਗੁਣਾਂ ਦਾ ਵਪਾਰ ਕੀਤਾ। ਉਹ ਜਦੋਂ ਚੰਗੇ ਵਪਾਰੀ ਮਾਲਕ ਦੇ ਘਰ ਵਿੱਚ ਵਾਪਸ ਗਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਰੇ ਰੇ ਦਰਗਾ ਕਹਿ ਨਾ ਕੋ, ਆਓ ਬੈਠ ਆਦਰ ਸਭ ਦੇਉ। ਉਦੋਂ ਮਾਲਕ ਦੇ ਘਰ ਵਿੱਚ ਇਹਨਾਂ ਨੂੰ ਰੇ ਰੇ ਕਰਕੇ ਨਹੀਂ ਬੁਲਾਇਆ ਕਿਸੇ ਨੇ। ਰੇ ਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਮਨੁੱਖ ਨੂੰ ਤੁਸੀਂ ਸਤਿਕਾਰ ਦੇ ਨਾਲ ਨਾ ਬੁਲਾ ਕੇ ਉਹਨੂੰ ਤੁਸੀਂ ਬੇਧਿਆਨੇ ਢੰਗ ਦੇ ਨਾਲ ਬੁਲਾਓ, ਜਿੰਦੇ ਵਿੱਚੋਂ ਸਤਿਕਾਰ ਦੀ ਭਾਵਨਾ ਨਾ ਚੱਲ ਕੇ ਉਹਨੂੰ ਕਹਿੰਦੇ ਨੇ ਰੇ ਰੇ। ਇੱਕ ਹੁੰਦਾ ਬੰਦੇ ਦਾ ਨਾਮ ਲੈ ਕੇ ਬੜੇ ਸਤਿਕਾਰ ਨਾਲ ਬੁਲਾਣਾ, ਭਾਈ ਆਓ, ਜੀ ਆਇਆਂ ਨੂੰ ਤੁਹਾਡਾ, ਤੁਸੀਂ ਇੱਥੇ ਆਏ ਹੋ। ਇੱਕ ਹੁੰਦਾ ਕਿਸੇ ਦੇ ਨਾਮ ਲਿਆ ਤੋਂ ਬਿਨਾਂ ਇਹ ਕਹਿਣਾ ਕਿ ਤੁਸੀਂ ਇੱਧਰ ਆ ਕੇ ਬਹਿ ਜਾਓ। ਇਹ ਅੰਮ੍ਰਿਤ ਬਚਨਾਂ ਨੂੰ, ਇਹਨਾਂ ਬਚਨਾਂ ਨੂੰ ਕਹਿਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਵਿੱਚੋਂ ਬੰਦੇ ਦਾ ਸਤਿਕਾਰ ਝਲਕਦਾ ਹੈ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ਼ਰਵਨ ਸੁਨਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਇਹਦੇ ਵਿੱਚੋਂ ਸਤਿਕਾਰ ਝਲਕਦਾ ਹੈ। ਤੇ ਇੱਕ ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਵਰਤਿਆ, ਪਾਤਸ਼ਾਹ ਕਹਿੰਦੇ ਨੇ ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸਭ ਦੇਉ। ਫਿਰ ਉਹਨਾਂ ਦੇ ਲਈ ਬੜਾ ਸਤਿਕਾਰ। ਇਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਕੋਟ ਕੀਤਾ ਹੈ। ਆਪ ਅੰਮ੍ਰਿਤ ਬਚਨ ਸੂਹੀ ਰਾਗ ਦੇ ਅੰਦਰੋਂ ਪੜ੍ਹਦੇ ਹੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ, ਦੋਏ ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਪਰਮਾਤਮਾ ਨੇ 2 ਦੀਵੇ ਚੰਦਰਮਾ ਤੇ ਸੂਰਜ ਰੂਪੀ ਸਾਜੇ। ਇਹਨਾਂ 2 ਦੀਵਿਆਂ ਨੂੰ ਮਾਲਕ ਨੇ ਸੰਸਾਰ ਵਿੱਚ, ਇੱਕ ਸਵੇਰੇ ਜਗਦਾ ਹੈ ਜਦੋਂ ਸੂਰਜ ਰੂਪੀ ਦੀਵਾ ਇਸ ਸੰਸਾਰ ਦੇ ਪ੍ਰਕਰਮ ਦੇ ਅਨੁਸਾਰ ਉਹ ਛੁਪ ਜਾਂਦਾ ਹੈ ਤੇ ਫਿਰ ਚੰਦਰਮਾ ਰੂਪੀ ਦੀਵਾ ਜਿਹੜਾ ਹੈ ਉਹ ਰੋਸ਼ਨੀ ਦੇਣੀ ਸ਼ੁਰੂ ਕਰ ਦਿੰਦਾ ਹੈ। 14 ਲੋਕ, ਇਹ ਇਸਲਾਮ ਧਰਮ ਦੀ ਮਾਨਤਾ ਹੈ। ਗੁਰੂ ਪਾਤਸ਼ਾਹ ਜੀ ਨੇ ਸਿਰਫ ਇਹਨੂੰ ਇੱਕ ਸਮਝ ਲਈ ਸ਼ਬਦ ਵਰਤਿਆ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਵਿੱਚ 14 ਲੋਕ ਜਾਂ 7 ਲੋਕ ਜਾਂ 7 ਅਸਮਾਨ ਨਹੀਂ,
ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼। ਗੁਰਬਾਣੀ ਨੂੰ ਪੜ੍ਹਦਿਆਂ ਸਾਧ ਸੰਗਤ ਗੁਰਮਤ ਦੇ ਸਿਧਾਂਤ ਨੂੰ ਨਾਲ ਸਮਝਣਾ ਔਰ ਰੱਖਣਾ ਬੜਾ ਜ਼ਰੂਰੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਖੁੱਲੇ ਹੱਟ ਹੋਆ ਵਪਾਰ। ਜਿਦਨ ਪ੍ਰਮਾਤਮਾ ਨੇ ਇਹ ਦੁਕਾਨ ਸੰਸਾਰ ਰੂਪੀ ਖੋਲੀ, ਉਸ ਦਿਨ ਤੋਂ ਸਤਿਗੁਰੂ ਕਹਿੰਦੇ ਨੇ ਜਗਤ ਦੇ ਅੰਦਰ ਵਪਾਰ ਸ਼ੁਰੂ ਹੋ ਗਿਆ। ਹੁਣ ਇਸ ਵਪਾਰ ਨੂੰ ਕਰਨ ਵਾਲੇ ਸਮਸਤ ਜੀਵ ਨੇ, ਸਭ ਜੀਵ ਨੇ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਆ ਵਪਾਰ। ਜੋ ਪਹੁੰਚੈ ਸੋ ਚੱਲਣਹਾਰ। ਪਾਤਸ਼ਾਹ ਕਹਿੰਦੇ ਨੇ ਜੋ ਆਇਆ ਹੈ ਉਹਨੇ ਜਾਣਾ ਵੀ ਇੱਕ ਦਿਨ ਜ਼ਰੂਰ ਹੈ। ਇਹ ਵਪਾਰੀ ਬਣ ਕੇ ਆਇਆ ਹੈ ਤੇ ਵਪਾਰੀ ਉਹ ਸਫਲ ਹੈ ਜਿਹੜਾ ਲਾਭ ਖੱਟ ਕੇ ਕਰ ਜਾਏ। ਘਰ ਆਏ ਵਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਧਰਮ ਦਲਾਲ ਪਾਏ ਨਿਸ਼ਾਨ। ਸਭ ਕਹਿੰਦੇ ਨੇ ਧਰਮ ਬੰਦੇ ਦੇ ਦਰਮਿਆਨ ਤੇ ਸੰਸਾਰ ਦੇ ਦਰਮਿਆਨ ਖੜਾ ਹੋਇਆ ਦਲਾਲੀ ਕਰਦਾ ਹੈ। ਭਾਵ ਧਰਮ ਬੰਦੇ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਹਦੇ ਮੱਥੇ ਤੇ ਨਿਸ਼ਾਨ ਲਾਉਂਦਾ ਹੈ। ਇਹਦੇ ਕੀਤੇ ਹੋਏ ਕਰਮ ਇਹਦੀ ਨਿਸ਼ਾਨੀ ਬਣ ਕੇ ਇਹਦੇ ਜੀਵਨ ਦੇ ਅੱਗੇ ਆ ਕੇ ਖੜੇ ਹੋ ਜਾਂਦੇ ਨੇ। ਪਰ ਪਾਤਸ਼ਾਹ ਕਹਿੰਦੇ ਨੇ ਜਿਹੜੇ ਘਰ ਆਏ, ਜਿਨ੍ਹਾਂ ਨੇ ਵਪਾਰ ਚੰਗਾ ਤੇ ਭਲਾ ਕੀਤਾ, ਉਹ ਸਤਿਗੁਰ ਕਹਿੰਦੇ ਨੇ ਰੱਬ ਦੇ ਘਰ ਦੇ ਵਿੱਚ ਚੰਗੇ ਵਪਾਰੀ ਲਾਭ ਖੱਟ ਕੇ ਗਏ। ਘਰ ਆਏ ਵਜੀ ਵਾਧਾਈ। ਉਹ ਜਦੋਂ ਵਾਪਸ ਘਰ ਵਿੱਚ ਪਰਤੇ ਤੇ ਉਹਨਾਂ ਦੇ ਆਣ ਤੇ ਖੁਸ਼ੀਆਂ ਮਨਾਈਆਂ ਗਈਆਂ। ਢੋਲ ਵੱਜੇ। ਜਿਵੇਂ ਕੋਈ ਬੰਦਾ ਕਿਸੇ ਬਾਹਰ ਮੁਹਿੰਮ ਤੇ ਜਾਂਦਾ ਹੈ। ਆ ਵੇਖੋ ਕਿਤੇ ਸਾਧ ਸੰਗਤ ਬੱਚੇ ਅਜੋਕੇ ਸਮੇਂ ਅੰਦਰ ਕਿਤੇ ਸਪੋਰਟ ਵਿੱਚ ਜਾਂਦੇ ਨੇ, ਖੇਡਾਂ ਵਿੱਚ ਜਾਂਦੇ ਨੇ। ਜਦੋਂ ਉਹ ਜਿੱਤ ਕੇ ਵਾਪਸ ਪਰਤਦੇ ਨੇ ਤੇ ਉਹਨਾਂ ਦੇ ਆਣ ਤੇ ਕਿੰਨਾ ਸਤਿਕਾਰ ਕੀਤਾ ਜਾਂਦਾ ਹੈ ਉਹਨਾਂ ਦਾ। ਉਹਨਾਂ ਦੇ ਨਾਮ ਦੇ ਉੱਪਰ ਬੜੀਆਂ ਚੀਜ਼ਾਂ ਦਾ ਐਲਾਨ ਹੁੰਦਾ ਹੈ। ਉਹ ਜਿਸ ਵੇਲੇ ਧਰਤੀ ਤੇ ਵਾਪਸ ਪਰਤਦੇ ਨੇ, ਉਹਨਾਂ ਦੇ ਆਣ ਤੇ ਢੋਲ ਵੱਜਦੇ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਲੱਡੂ ਵੰਡੇ ਜਾਂਦੇ ਨੇ। ਸਭ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਸੱਚਾ ਵਪਾਰੀ ਨਾਮ ਦਾ ਵਪਾਰ ਕਰਕੇ ਆਪਣੇ ਘਰ ਵਿੱਚ ਜਾਂਦਾ ਹੈ, ਉਹਦੇ ਆਣ ਤੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਘਰ ਆਏ ਵਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਾਈ ਖੈਰ। ਹੁਣ ਇਹ ਜਿਹੜਾ ਸਤਿਗੁਰ ਨੇ ਸਾਨੂੰ ਵਪਾਰ ਕਰਨ ਦੇ ਲਈ ਸੰਸਾਰ ਤੇ ਭੇਜਿਆ। ਬੰਦਾ ਵਪਾਰ ਕਿੰਨਾ ਚੀਜ਼ਾਂ ਰਾਹੀਂ ਕਰਦਾ ਹੈ। ਵਪਾਰ ਕਰਨਾ ਹੈ ਰਸਨਾ ਨਾਲ, ਇਹਨੇ ਵਪਾਰ ਕਰਨਾ ਹੈ ਕੰਨਾਂ ਦੇ ਨਾਲ, ਇਹਨੇ ਵਪਾਰ ਕਰਨਾ ਆਪਣੀ ਜਿੰਦ ਦੇ ਰਾਹੀਂ, ਇਹਨੇ ਵਪਾਰ ਕਰਨਾ ਇਹਨਾਂ ਨੇਤਰਾਂ ਦੇ ਰਾਹੀਂ। ਤਾਂ ਹੀ ਕੱਲ ਵੀ ਆਪ ਜੀ ਨੇ ਪਾਵਨ ਬਚਨ ਸਰਵਨ ਕੀਤੇ, ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਪਰਮਾਤਮਾ ਨੇ ਤੁਹਾਡੇ ਅੰਦਰ ਜੋਤ ਰੱਖੀ, ਰੱਬ ਤੋਂ ਬਿਨਾ ਕੁਝ ਵੀ ਨਾ ਵੇਖੋ। ਭਾਵ ਤੁਹਾਡੇ ਅੰਦਰ ਐਸੀ ਸੁਰਤ ਹੋਣੀ ਚਾਹੀਦੀ ਹੈ, ਤੁਹਾਡੀ ਦ੍ਰਿਸ਼ਟ ਐਸੀ ਹੋਣੀ ਚਾਹੀਦੀ ਵੀ ਹਰ ਇੱਕ ਦੇ ਅੰਦਰੋਂ ਪਰਮਾਤਮਾ ਦਾ ਅਕਸ਼ ਤੁਹਾਨੂੰ ਨਜ਼ਰ ਆਏ। ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹੂ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਅੱਜ ਗੁਰੂ ਅਰਜਨ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਸ਼ਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ। ਇਹਨੇ ਵਪਾਰ ਕਰਨਾ ਹੈ ਆਪਣੇ ਇਹਨਾਂ ਗਿਆਨ ਇੰਦਰੀਆਂ ਦੇ ਨਾਲ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਪਾਤਸ਼ਾਹ ਕਹਿੰਦੇ ਨੇ ਤੇ ਸ਼ਰਵਨ ਭਲੇ ਸ਼ੋਭਨੀਕ ਹੈ ਮੇਰੀ ਜਿੰਦੜੀਏ। ਉਹ ਕੰਨ ਭਲੇ ਨੇ, ਚੰਗੇ ਨੇ, ਸ਼ੋਭਨੀਕ ਨੇ। ਕਿਹੜੇ ਸਾਹਿਬ ਕਹਿੰਦੇ ਨੇ ਹਰ ਕੀਰਤਨ ਸੁਣੈ ਹਰ ਤੇਰੇ ਰਾਮ। हे ਮੇਰੇ ਸਤਿਗੁਰ, ਜਿਹੜੇ ਤੇਰੀ ਵਡਿਆਈ, ਤੇਰੇ ਚੰਗੇ ਗੁਣ, ਤੇਰੀ ਉਪਮਾ ਇਹਨਾਂ ਕੰਨਾਂ ਦੇ ਨਾਲ ਸੁਣਦੇ ਨੇ, ਉਹ ਕੰਨ, ਉਹ ਸ਼ਰਵਣ ਭਲੇ ਨੇ, ਉਹ ਚੰਗੇ ਨੇ। ਹੁਣ ਇਹਨਾਂ ਕੰਨਾਂ ਦੇ ਨਾਲ ਬੰਦਾ ਭਾਵੇਂ ਸਾਰੀ ਜ਼ਿੰਦਗੀ ਨਿੰਦਾ ਸੁਣੇ, ਅਵਗੁਣ ਸੁਣੇ, ਮਾੜੇ ਬਚਨ ਤੇ ਕਰਮ ਸੁਣੇ, ਇਹਨਾਂ ਕੰਨਾਂ ਦੇ ਨਾਲ ਬੰਦਾ ਪਰਮਾਤਮਾ ਦੀ ਵਡਿਆਈ ਸੁਣ ਲੇ, ਰੱਬ ਦੀ ਉਸਤਤ ਸੁਣ ਲੇ। ਹੁਣ ਸਰੋਤ ਪਰਮਾਤਮਾ ਨੇ ਕੰਨਾਂ ਨੂੰ ਸੁਣਨ ਦੀ ਦਿੱਤੀ ਹੈ। ਸੁਣਨਾ ਇਹਨਾਂ ਕੰਨਾਂ ਨਾਲ ਕੀ ਹੈ? ਇਹ ਬੰਦੇ ਦੀ ਆਪਣੀ ਇੱਛਾ ਹੈ, ਆਪਣੀ ਚੋਇਸ ਹੈ, ਆਪਣੀ ਮਨਸ਼ਾ ਹੈ ਵੀ ਉਹਨੇ ਇਹਨਾਂ ਕੰਨਾਂ ਦੇ ਨਾਲ ਕੀ ਸੁਣਨਾ ਹੈ। ਇਹਨਾਂ ਕੰਨਾਂ ਨਾਲ ਇਹਨੂੰ ਕੀ ਸੁਣਨਾ ਚੰਗਾ ਲੱਗਦਾ ਹੈ? ਪਰਮਾਤਮਾ ਦੀ ਵਡਿਆਈ ਸੁਣਨੀ ਚੰਗੀ ਲੱਗਦੀ, ਰੱਬ ਦੇ ਗੁਣ ਸੁਣਨੇ ਚੰਗੇ ਲੱਗਦੇ ਨੇ, ਜਾਂ ਨਿੰਦਾ ਚੁਗਲੀ ਸੁਣਨੀ ਚੰਗੀ ਲੱਗਦੀ ਹੈ?
ਸਾਧ ਸੰਗਤ ਦੀ ਸਾਡੇ ਜੀਵਨ ਦੀ ਨਾ ਬੜੀ ਵੱਡੀ ਘਾਟ ਹੈ। ਇਹ ਅਸਲ ਵਿੱਚ ਸਾਡੀ ਸਰੋਤ ਇੰਨੀ ਨੀਵੀਂ ਹੋ ਗਈ ਹੈ, ਅਸੀਂ ਇਹਨਾਂ ਕੰਨਾਂ ਦੇ ਨਾਲ ਝੂਠ ਸਾਰਾ ਦਿਨ ਸੁਣ ਸਕਨੇ ਆ। 10 ਮਿੰਟ ਲਈ ਸੱਚ ਸੁਣਨਾ ਸਾਨੂੰ ਔਖਾ ਹੋ ਜਾਂਦਾ ਹੈ। ਇਹਨਾਂ ਕੰਨਾਂ ਦੇ ਨਾਲ ਮਿੱਥਿਆ ਗਾਣੇ, ਝੂਠੇ ਗਾਣੇ, ਜਿਨ੍ਹਾਂ ਦੇ ਅੰਦਰ ਐਬ, ਵਿਕਾਰ ਔਰ ਅਵਗੁਣ ਝਲਕਦੇ ਨੇ, ਬੰਦਾ ਸਾਰਾ ਦਿਨ ਸੁਣਦਾ ਹੈ। ਪਰ ਇਹਨਾਂ ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਇਹ 10 ਮਿੰਟ ਸੁਣਨੀ ਔਖੀ ਹੋ ਜਾਂਦੀ ਹੈ। 10 ਮਿੰਟ ਇਹਨੂੰ ਕਹਿ ਦਿਓ ਤੁਸੀਂ ਕੰਨਾਂ ਨਾਲ ਬਾਣੀ ਸੁਣ ਲਓ ਤੇ ਇਹਨੂੰ ਬਹੁਤ ਔਖਾ ਲੱਗਦਾ ਹੈ। ਪਰ ਘੰਟਿਆਂ ਬੱਧੀ ਇਹਨਾਂ ਕੰਨਾਂ ਦੇ ਨਾਲ ਇਹ ਸੰਸਾਰ ਦੇ ਅਵਗੁਣ, ਸੰਸਾਰ ਦੇ ਕੂੜ ਨੂੰ ਸੁਣ ਸਕਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਕਹਿੰਦੇ ਨੇ, ਮੇਰੇ ਕੰਨੋਂ ਪਰਮਾਤਮਾ ਨੇ ਕਿਰਪਾ ਕੀਤੀ ਹੈ, ਤੁਹਾਡੇ ਅੰਦਰ ਸਰੋਤ ਪੈਦਾ ਕੀਤੀ, ਸੁਣਨ ਦੀ ਤਾਕਤ ਪੈਦਾ ਕੀਤੀ ਹੈ। ਵੇਖੋ, ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਨਾ, ਰੱਬ ਨੇ ਕਿਰਪਾ ਕੀਤੀ ਹੈ। ਆਪਣੀ ਇਸ ਕੁਦਰਤ ਦੇ ਅੰਦਰ ਸਤਿਗੁਰ ਨੇ ਹਰ ਤਰ੍ਹਾਂ ਦੀ ਐਗਜ਼ਾਮਪਲ ਬਣਾਈ ਹੈ। ਜੇ ਰੱਬ ਨੇ ਸਰੋਤ ਚੰਗੀ ਦਿੱਤੀ ਹੈ ਨਾ ਬੰਦੇ ਨੂੰ, ਤੇ ਪ੍ਰਮਾਤਮਾ ਨੇ ਇਹੋ ਜਿਹੇ ਜੀਵ ਵੀ ਰੱਬ ਨੇ ਪੈਦਾ ਕੀਤੇ ਨੇ ਜਿਨ੍ਹਾਂ ਕੋਲ ਸਰੋਤ ਨਹੀਂ, ਸੁਣਨ ਦੀ ਸਮਰੱਥਾ ਨਹੀਂ। ਹੁਣ ਕਦੀ ਉਸ ਬੰਦੇ ਦੇ ਕੋਲੋਂ ਜਾ ਕੇ ਬੈਠੋ ਜੋ ਕੰਨਾਂ ਨਾਲ ਸੁਣ ਨਹੀਂ ਸਕਦਾ। ਕਦੀ ਉਸ ਇਨਸਾਨ ਦੇ ਕੋਲੋਂ 2 ਘੜੀ ਬੈਠੀਏ ਜੋ ਅੱਖਾਂ ਨਾਲ ਵੇਖ ਨਹੀਂ ਸਕਦਾ। ਕਦੀ ਉਸ ਬੰਦੇ ਕੋਲੋਂ ਬੈਠੀਏ ਜੋ ਜੀਭ ਨਾਲ ਬੋਲ ਨਹੀਂ ਸਕਦਾ। ਫਿਰ ਅਸੀਂ ਮਾਲਕ ਦੀ ਕੁਦਰਤ ਤੋਂ ਬਲਿਹਾਰ ਜਾਵਾਂਗੇ ਵੀ ਮੇਰੇ ਸਤਿਗੁਰੂ, ਤੇਰੀ ਬੜੀ ਬਖਸ਼ਿਸ਼ ਹੈ, ਤੂੰ ਸਾਨੂੰ ਸੁਣਨ ਦੀ ਸਮਰੱਥਾ ਦਿੱਤੀ, ਵੇਖਣ ਦੀ ਸਮਰੱਥਾ ਦਿੱਤੀ, ਬੋਲਣ ਦੀ ਸਮਰੱਥਾ ਦਿੱਤੀ। ਫਿਰ ਸਤਿਗੁਰ ਦੀ ਕੁਦਰਤ ਤੋਂ, ਰੱਬ ਦੀ ਇਸ ਦਿੱਤੇ ਹੋਏ ਢਾਂਚੇ ਤੋਂ, ਸਰੀਰ ਤੋਂ ਕੁਰਬਾਨ ਜਾਵਾਂਗੇ। ਨਹੀਂ ਤੇ ਬਹੁਤ ਔਖਾ ਹੈ। ਤਾਂ ਹੀ ਸਤਿਗੁਰ ਨੇ ਪਾਵਨ ਬਾਣੀ ਵਿੱਚ ਵੀ ਬਚਨ ਕਹੇ। ਆਪ ਇਹ ਬਚਨ ਪੜ੍ਹਦੇ ਹੋ, ਅੰਮ੍ਰਿਤ ਬਾਣੀ ਸਾਹਿਬ ਕਹਿੰਦੇ ਨੇ, ਸੋ ਗੁਰਸਿੱਖ ਧਨ ਧਨ ਹੈ, ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਉਹ ਗੁਰਸਿੱਖ ਧਾਨੇ ਜਿਨੇ ਗੁਰੂ ਦੇ ਉਪਦੇਸ਼ ਨੂੰ ਇਹਨਾਂ ਕੰਨਾਂ ਦੇ ਨਾਲ ਸੁਣਿਆ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਤਿਨ ਹਉਮੈ ਦੁਬਦਾ ਭੰਨੀ। ਤੇ ਜਦੋਂ ਉਹਨਾਂ ਨਾਮ ਸੁਣਿਆ, ਗੁਰੂ ਨੇ ਕੀ ਕੀਤਾ? ਉਹਨਾਂ ਦੇ ਅੰਦਰੋਂ ਦੁਬਦਾ, ਜਿਹੜੇ ਭਰਮ ਸੀ, ਗੁਰੂ ਨੇ ਮੁਕਾ ਦਿੱਤੇ। ਗੁਰੂ ਨੇ ਉਹਨਾਂ ਦੇ ਅੰਦਰੋਂ ਹਉਮੈ ਖਤਮ ਕਰ ਦਿੱਤੀ। ਉਹਨਾਂ ਦਾ ਅੰਦਰ ਪਵਿੱਤਰ ਤੇ ਪਾਕ ਹੋ ਗਿਆ। ਉਹਨਾਂ ਦੇ ਅੰਦਰ ਹੁਣ ਕੋਈ ਐਬ ਨਹੀਂ ਰਿਹਾ। ਪਰ ਕਿੰਨਾਂ ਦੇ ਅੰਦਰ? ਜਿਨ੍ਹਾਂ ਨੇ ਸਤਿਗੁਰ ਦੇ ਬਚਨਾਂ ਨੂੰ ਇਹਨਾਂ ਕੰਨਾਂ ਨਾਲ ਸੁਣਿਆ। ਅਸੀਂ ਕਈ ਵਾਰੀ ਸਾਧ ਸੰਗਤ ਕਹਿ ਦਿੰਦੇ ਹਾਂ ਕਿ ਅਸੀਂ ਬਾਣੀ ਤੇ ਬੜੀ ਸੁਣਨੇ ਆ, ਬਾਣੀ ਤੇ ਬੜੀ ਪੜ੍ਹਨੇ ਆ, ਪਰ ਕੀ ਕਰੀਏ, ਸਾਡੇ ਅੰਦਰ ਦੀ ਅਵਸਥਾ ਬਦਲਦੀ ਨਹੀਂ। ਇਹਦਾ ਮਤਲਬ ਹੈ ਸਾਡੇ ਸੁਣਨ ਵਿੱਚ ਜਾਂ ਸਾਡੇ ਜ਼ੁਬਾਨ ਤੋਂ ਬੋਲਣ ਦੇ ਵਿੱਚ ਕਿਤੇ ਕੋਈ ਘਾਟ ਰਹਿ ਗਈ ਹੈ। ਅਸੀਂ ਸੁਣ ਤੇ ਰਹੇ ਹਾਂ, ਪਰ ਸਾਨੂੰ ਜਿੰਨਾ ਧਿਆਨ ਸੁਣਨ ਵਿੱਚ ਲਾਣਾ ਚਾਹੀਦਾ, ਸ਼ਾਇਦ ਅਸੀਂ ਉਹਨਾਂ ਧਿਆਨ ਨਹੀਂ ਲਾ ਰਹੇ। ਅਸੀਂ ਜ਼ੁਬਾਨ ਤੋਂ ਬੋਲ ਤੇ ਰਹੇ ਹਾਂ, ਪਰ ਸ਼ਾਇਦ ਜਿੰਨੇ ਧਿਆਨ ਨਾਲ ਸਾਨੂੰ ਬੋਲਣਾ ਚਾਹੀਦਾ ਹੈ, ਪਾਠ ਬਾਣੀ ਪੜ੍ਹਦੇ ਆ, ਉਨੇ ਧਿਆਨ ਨਾਲ ਅਸੀਂ ਨਹੀਂ ਬੋਲ ਰਹੇ। ਇਹਦਾ ਮਤਲਬ ਇਹ ਘਾਟ ਕਿਤੇ ਸਾਡੇ ਆਪਣੇ ਅੰਦਰ ਹੈ। ਅਸੀਂ ਆਪਣੇ ਅੰਦਰ ਦੀ ਇਕਾਗਰਤਾ ਨਹੀਂ ਬਣਾ ਪਾ ਰਹੇ। ਇਹੀ ਕਾਰਨ ਹੈ ਬੰਦਾ ਸਾਰੀ ਜ਼ਿੰਦਗੀ ਬਾਹਰਮੁਖੀ ਦੁਬਿਧਾਵਾਂ ਦੇ ਭਰਮਾਂ ਦੇ ਅੰਦਰ ਭਟਕਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਤੂੰ ਇਹਨਾਂ ਅੰਮ੍ਰਿਤ ਬਚਨਾਂ ਦੇ ਅੰਦਰ ਆਪਣੇ ਅੰਦਰ ਦੀ ਪੜਚੋਲ ਕਰ ਕਿ ਇਹ ਸ਼ਰਵਣੋ ਮੇਰਿਓ ਸੱਚੈ ਸੁਣਨੇ ਨੂੰ ਪਠਾਏ। हे ਮੇਰਿਓ ਸ਼ਰਵਣੋ, ਪ੍ਰਮਾਤਮਾ ਨੇ ਤੁਹਾਨੂੰ ਸੱਚ ਸੁਣਨ ਦੇ ਲਈ ਪਠਾਏ ਦਾ ਭਾਵੇਂ ਭੇਜਿਆ। ਪਠਾਏ ਆਖਰੀ ਅਰਥ ਨੇ ਪਠਾਏ ਸ਼ਬਦ ਦੇ ਭੇਜਣਾ, ਭਾਵ ਇਹਨਾਂ ਕੰਨਾਂ ਦੇ, ਇਹਨਾਂ ਸਰੀਰ ਦੇ ਨਾਲ ਤੁਹਾਨੂੰ ਇਸੇ ਕਰਕੇ ਲਾਇਆ ਹੈ ਕਿ ਤੁਸੀਂ ਇਹਨਾਂ ਕੰਨਾਂ ਦੇ ਨਾਲ ਸੱਚ ਸੁਣ ਸਕੋ, ਤੁਹਾਡੇ ਅੰਦਰ ਸੱਚ ਟਿਕ ਜਾਏ। ਕਿਉਂਕਿ ਜੋ ਸੁਣੋਗੇ ਉਹੀ ਅੰਦਰ ਟਿਕੇਗਾ। ਇਹ ਗੱਲ ਧਿਆਨ ਰੱਖੀਏ, ਗੁਰਮੁਖ ਭਾਂਡੇ ਅੰਦਰ ਜਿਹੋ ਜੀ ਵਸਤੂ ਪਾਓਗੇ, ਭਾਂਡੇ ਅੰਦਰ ਉਹੀ ਵਸਤੂ ਸਮਾਏਗੀ। ਤੁਸੀਂ ਭਾਂਡੇ ਦੇ ਅੰਦਰ ਜੇ ਸ਼ਰਾਬ ਪਾਓਗੇ ਤੇ ਭਾਂਡੇ ਦੇ ਅੰਦਰ ਉਹ ਸ਼ਰਾਬ ਅੰਮ੍ਰਿਤ ਨਹੀਂ ਬਣੇਗੀ, ਉਹ ਸ਼ਰਾਬ ਹੀ ਰਹੇਗੀ। ਤੇ ਜੇ ਭਾਂਡੇ ਦੇ ਅੰਦਰ ਅੰਮ੍ਰਿਤ ਪਾਓਗੇ ਤੇ ਉਹ ਅੰਮ੍ਰਿਤ ਹੀ ਰਹੇਗਾ, ਉਹ ਅੰਮ੍ਰਿਤ ਜ਼ਹਿਰ ਨਹੀਂ ਬਣੇਗਾ। ਇਹ ਹੁਣ ਸਾਡੇ ਉੱਪਰ ਡਿਪੈਂਡ ਹੈ
ਇਹ ਹੁਣ ਮਨੁੱਖ ਦੇ ਉੱਪਰ ਟਿਕਿਆ ਹੋਇਆ ਵੀ ਉਹਨੇ ਇਸ ਭਾਂਡੇ ਦੇ ਅੰਦਰ ਪਾਣਾ ਕੀ ਹੈ, ਉਹ ਇਸ ਭਾਂਡੇ ਦੇ ਅੰਦਰ ਕੀ ਪਾ ਕੇ ਰੱਖਣਾ ਚਾਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਸੇ ਕਰਕੇ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਨੇ ਕਿਰਪਾ ਕਰਕੇ ਸਰੀਰ ਰੂਪੀ ਭਾਂਡਾ ਸਾਜਿਆ ਹੈ, ਪਰ ਇਸ ਭਾਂਡੇ ਦੇ ਅੰਦਰ ਪਾਣਾ ਕੀ ਹੈ ਇਹ ਮੇਰੇ ਮਾਲਕ ਨੇ ਬੰਦੇ ਦੇ ਉੱਪਰ ਛੱਡ ਦਿੱਤਾ ਵੀ ਤੂੰ ਇਸ ਭਾਂਡੇ ਦੇ ਅੰਦਰ ਇਸ ਸੰਸਾਰ ਦੇ ਵਿੱਚੋਂ ਪਾਣਾ ਕੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸਾਚੈ ਸੁਣਨੇ ਨੋ ਪਠਾਏ। ਸਤਿਗੁਰ ਕਹਿੰਦੇ ਨੇ ਸੱਚ ਸੁਣਨ ਦੇ ਲਈ ਤੁਹਾਨੂੰ ਇਹਨਾਂ ਕੰਨਾਂ ਦੇ ਨਾਲ, ਇਸ ਸਰੀਰ ਦੇ ਨਾਲ ਇਹ ਮੇਰੇ ਸ਼ਰਬ ਨੂੰ ਲਾਇਆ ਗਿਆ ਹੈ, ਤੁਸੀਂ ਸੱਚ ਸੁਣੋ। ਹੁਣ ਮੈਂ ਇਤਿਹਾਸ ਦੇ ਅੰਦਰੋਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਰੱਖ ਦਿਆਂ ਵੀ ਸਤਿਗੁਰ ਦੇ ਇਹਨਾਂ ਪਾਵਨ ਬਚਨਾਂ ਨੂੰ ਅਸੀਂ ਕਿਵੇਂ ਸਮਝੀਏ ਵੀ ਪ੍ਰਮਾਤਮਾ ਨੇ ਜਿਸ ਕਾਰਨ ਇਹ ਲਾਏ ਨੇ, ਇਹ ਪੜਚੋਲ ਤੇ ਅਸੀਂ ਸਵੈਮ ਕਰਨੀ ਹੈ ਨਾ ਵੀ ਅਸੀਂ ਅਸਲ ਵਿੱਚ ਉਹ ਕਰਮ ਕਰ ਰਹੇ ਹਾਂ ਕਿ ਨਹੀਂ ਕਰ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਸ਼ਰਨ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਸ ਸੰਸਾਰ ਦੀ ਯਾਤਰਾ ਕਰਦੇ ਆ। ਸਤਿਗੁਰ ਜੀ ਤੁਲੰਬੇ ਦੀ ਧਰਤੀ ਤੇ ਪਹੁੰਚਦੇ ਨੇ। ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੱਜਣ ਦੇ ਘਰ ਵਿੱਚ, ਜਿਹੜੀ ਸੱਜਣ ਨੇ ਧਰਮਸ਼ਾਲ ਬਣਾਈ ਹੈ, ਸਤਿਗੁਰੂ ਦੀ ਧਰਮਸ਼ਾਲ ਦੇ ਵਿੱਚ ਰੁਕਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਸੱਜਣ ਦਾ ਪੂਰਾ ਜੀਵਨ ਹੈ। ਸਤਿਗੁਰ ਜਾਨੀ ਜਾਨ ਨੇ, ਕਰਤਾ ਨੇ, ਉਹ ਜਾਣਦੇ ਨੇ ਵੀ ਸੱਜਣ ਦੀ ਮਨਸ਼ਾ ਕੀ ਹੈ। ਇਹ ਸਾਰੇ ਕਰਮ ਦੇ ਪਿੱਛੇ ਸ਼ਾਇਦ ਇਸੇ ਕਰਕੇ ਸਤਿਗੁਰ ਬਾਣੀ ਦੇ ਅੰਦਰ ਸਾਨੂੰ ਵਾਰ-ਵਾਰ ਕਹਿੰਦੇ ਨੇ ਭਲਿਆ ਜਦੋਂ ਤੂੰ ਗੁਰੂ ਦੇ ਚਰਨਾਂ ਵਿੱਚ ਆ ਕੇ ਕੁਝ ਪੜ੍ਹਦਾ, ਸੁਣਨਾ ਤੇ ਬੋਲਣਾ ਹੈ, ਇੱਕ ਗੱਲ ਚੇਤੇ ਰੱਖੀ, ਤੇਰਾ ਬੋਲਿਆ ਤੇਰਾ ਸੁਣਿਆ ਹੋ ਸਕਦਾ ਤੇਰੇ ਨਾਲ ਬੈਠੇ ਹੋਏ ਨੂੰ ਪਤਾ ਨਾ ਹੋਵੇ ਵੀ ਤੇਰੇ ਬੋਲੇ ਸੁਣਨ ਪਾਠ ਦੇ ਪਿੱਛੇ ਤੇਰੇ ਅੰਦਰ ਦੀ ਮਨਸ਼ਾ ਕੀ ਹੈ। ਪਰ ਸਤਿਗੁਰ ਕਹਿੰਦੇ ਨੇ ਜਿੰਦੇ ਚਰਨਾਂ ਵਿੱਚ ਬੈਠ ਕੇ ਪੜ੍ਹ ਰਿਹਾ ਉਹ ਤੇ ਜਾਣਦਾ ਨਾ। ਹੋ ਸਕਦਾ ਬੰਦਾ ਇਸ ਕਰਕੇ ਪਾਠ ਕਰ ਰਿਹਾ ਹੋਵੇ ਕਿ ਮੇਰੇ ਗਵਾਂਢੀ ਦਾ ਬੇੜਾ ਗਰਕ ਹੋ ਜਾਏ, ਉਹਦੇ ਘਰ ਵਿੱਚ ਇੰਨੀ ਮਾਇਆ ਕਿੱਥੋਂ ਆਉਂਦੀ ਨਾ ਆਏ, ਪਰ ਗੁਰੂ ਤੇ ਜਾਣਦਾ ਨਾ। ਸਤਿਗੁਰ ਕੋਲੋਂ ਤੇ ਕੁਝ ਨਹੀਂ ਲੁਕਾਇਆ ਜਾ ਸਕਦਾ। ਸਤ ਸੰਗਤ, ਬੰਦਾ ਬੰਦੇ ਕੋਲੋਂ ਲੁਕਾ ਸਕਦਾ ਹੈ, ਇਨਸਾਨ ਕੋਲੋਂ ਲੁਕਾ ਸਕਦਾ ਹੈ, ਆਪਣਿਆਂ ਕੋਲੋਂ ਲੁਕਾ ਸਕਦਾ ਹੈ, ਪਰ ਉਸ ਕਰਤੇ ਕੋਲੋਂ ਕਿਵੇਂ ਲੁਕਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਇੱਕੋ ਹੀ ਸ਼ਬਦ ਗਾਇਨ ਕੀਤਾ ਜੋ ਅਸੀਂ ਇਤਿਹਾਸ ਦੇ ਬਚਨ ਪੜ੍ਹਨੇ ਆ। ਮੈਂ ਇਸ ਦੀ ਸਾਖੀ ਦੀ ਬਹੁਤਾਤ, ਇਹਦੀ ਗਹਿਰਾਈ ਵਿੱਚ ਨਹੀਂ ਜਾਣਾ, ਮੈਂ ਸਿਰਫ ਗੱਲ ਬਚਨਾਂ ਦੀ ਕਹਿਣੀ, ਸੁਣਨ ਦੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਬਚਨ ਪੜਿਆ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗਾਵਿਆ, ਭਾਈ ਮਰਦਾਨੇ ਨੇ ਰਬਾਬ ਬਜਾਈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ, ਉਜਲ ਕਹਿਹਾਂ ਚਿਲਕਣਾ ਘੋਟਮ ਘਾਲੜੀ ਮਸ, ਧੋਤਿਆਂ ਝੂਠ ਨਾ ਉਤਰੀ ਜੇ ਸੋ ਧੋਵਾਂ ਤਿਸ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਵੇਂ ਜਿਵੇਂ ਸ਼ਬਦ ਪੜ੍ਹਦੇ ਗਏ, ਸੱਜਣ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਹੋਰ ਨੇੜੇ ਹੁੰਦਾ ਗਿਆ। ਇਹਦਾ ਮਤਲਬ ਹੈ ਸੱਜਣ ਨੇ ਸੱਚ ਨੂੰ ਬੜੀ ਭਾਵਨਾ ਨਾਲ ਸੁਣਿਆ ਤੇ ਉਹ ਸੱਚ ਸੱਜਣ ਜਿਵੇਂ ਜਿਵੇਂ ਸੁਣਦਾ ਗਿਆ ਉਵੇਂ ਉਵੇਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣੇ ਸਾਰੇ ਅਵਗੁਣ ਮੰਨ ਕੇ ਗੁਰੂ ਦੇ ਚਰਨਾਂ ਦਾ ਭਵਰਾ ਬਣਦਾ ਗਿਆ। ਇੰਨੀ ਤਾਕਤ ਹੈ ਸਾਧ ਸੰਗਤ ਸੁਣਨ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਤੁਸੀਂ ਪਾਵਨ ਜਪਜੀ ਸਾਹਿਬ ਜੀ ਦੀ ਬਾਣੀ ਵਿੱਚੋਂ ਰੋਜ਼ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਤਰਤ ਤਵਲੇ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾ, ਸੁਣਿਐ ਦੁਖ ਪਾਪ ਕਾ ਨਾਸ਼। ਸੁਣਨ ਦੇ ਨਾਲ ਸਤਿਗੁਰ ਕਹਿੰਦੇ ਨੇ ਸੁਣਿਐ ਈਸ਼ਰ ਬ੍ਰਹਮਾ ਇੰਦ, ਸੁਣਿਐ ਮੁਖ ਸਲਾਹਣ ਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ। ਜੇ ਸੁਣ ਲਏਗਾ ਨਾ, ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸਾਚੇ ਤੂੰ ਈਸ਼ਰ ਬ੍ਰਹਮਾ ਇਹਨਾਂ ਬਾਰਮੁਖੀ ਉਹਨਾਂ ਦੇਵਤਿਆਂ ਦੇ ਚਰਨਾਂ ਵਿੱਚ ਝੁਕ ਕੇ ਕਹਿੰਦਾ ਇਹ ਸ੍ਰਿਸ਼ਟੀ ਦੇ ਕਰਤੇ ਰਾਜ ਸਾਜਕ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਸੁਣ, ਰੱਬ ਤੈਨੂੰ ਈਸ਼ਰ ਬ੍ਰਹਮਾ ਤੋਂ ਵੀ ਉੱਚਾ ਬਣਾ ਦੇਗਾ।
ਤੈਨੂੰ ਰੱਬ ਉੱਥੇ ਖੜਾ ਕਰੇਗਾ ਜਿਨ੍ਹਾਂ ਨੂੰ ਤੂੰ ਅੱਜ ਸੇਵਣਾ ਹੈ, ਚੇਤੇ ਕਰਨਾ ਹੈ। ਤਾਂ ਹੀ ਸਤਿਗੁਰ ਕਹਿੰਦੇ ਨੇ ਜਿਹੜੇ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਆ ਗਏ, ਪਾਤਸ਼ਾਹ ਕਹਿੰਦੇ ਔਰ ਜਿਨ੍ਹਾਂ ਸੁਣ ਲਿਆ, ਗੁਰੂ ਨੇ ਕਿਰਪਾ ਕੀਤੀ, ਹਰ ਸਤਿਗੁਰ ਨਾਮ ਦ੍ਰਿੜਾਇਆ। ਤਿਨ ਹਉਮੈ ਦੁਬਦਾ ਭੰਨੀ, ਬਿਨ ਹਰ ਨਾਮੇ ਕੋ ਮਿੱਤਰ ਨਾਹੀ। ਵਿਚਾਰ ਡਿਠਾ ਹਰ ਜਨੀ, ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ। ਤਿਨੇ ਸਤਿਗੁਰ ਕੀ ਗੱਲ ਮੰਨੀ, ਉਹਨਾਂ ਫਿਰ ਗੁਰੂ ਦੀ ਗੱਲ ਨੂੰ ਦ੍ਰਿੜ ਕਰ ਲਿਆ। ਇਹ ਸੁਣਨ ਦੀ ਵਿਚਾਰ ਹੈ, ਜਿਹੜਾ ਸੁਣ ਲੈ ਸੱਚ ਉਹ ਕਿੰਨਾ ਵਿਸ਼ਾਲ ਹੋ ਜਾਂਦਾ ਹੈ। ਬਾਬਾ ਨਾਨਕ ਜੀ ਕਹਿੰਦੇ ਨੇ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਨ ਮੰਦ, ਸੁਣਿਆ ਜੋਗ ਜੁਗਤਨ ਭੇਦ, ਸੁਣਿਆ ਸਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਕਵਾ ਪਾਪ ਕਾ ਨਾਸ਼। ਪਾਤਸ਼ਾਹ ਕਹਿੰਦੇ ਨੇ ਤੂੰ ਸੁਣ ਮਾਲਕ ਦੇ ਨਾਮ ਨੂੰ, ਤੈਨੂੰ ਸਾਰੇ ਖਜ਼ਾਨੇ ਸੁਣਿਆ ਮਿਲ ਜਾਣਗੇ। ਸੁਣਿਆ ਸਰਾ ਗੁਨਾ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇਂ ਰਾਹ, ਸੁਣਿਆ ਹਾਥ ਹੋਵੇ ਅਸਗਾ। ਸਤਿਗੁਰ ਕਹਿੰਦੇ ਨੇ ਸੁਣ ਲਏਗਾ। ਜਿਹੜਾ ਆਤਮਿਕ ਤੌਰ ਤੇ ਅਗਿਆਨਤਾ ਵਿੱਚ ਅੰਨਾ ਹੋਇਆ ਸੀ, ਗੁਰੂ ਉਹਨੂੰ ਵੀ ਰਾਹ ਦੇ ਦਿੰਦਾ ਜਿਹੜਾ ਭਾਵਨਾ ਨਾਲ ਸੁਣ ਲਏ। ਇਸੇ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਕਹਿੰਦੇ ਨੇ, ਸ਼ਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੁਹਾਨੂੰ ਪ੍ਰਮਾਤਮਾ ਨੇ ਸਰੀਰ ਨਾਲ ਲਾਇਆ ਹੀ ਇਸੇ ਕਰਕੇ ਵੀ ਤੁਸੀਂ ਸੱਚ ਸੁਣੋ। ਹੁਣ ਬੰਦਾ ਜਦੋਂ ਕੂੜ ਸੁਣੇਗਾ ਸਾਰੀ ਜ਼ਿੰਦਗੀ ਤੇ ਕੰਨਾਂ ਦੀ ਸਰੋਤ ਹੀ ਕੂੜ ਬਣ ਜਾਏਗੀ, ਫਿਰ ਸੱਚ ਚੰਗਾ ਨਹੀਂ ਲੱਗੇਗਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ, ਕੁੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਪਾਤਸ਼ਾਹ ਕਹਿੰਦੇ ਨੇ ਕੁੜਿਆਰ ਕੂੜ ਵਿੱਚ ਜਾ ਕੇ ਰਲਦੇ ਨੇ, ਪਰ ਜਿਨ੍ਹਾਂ ਦੇ ਅੰਦਰ ਸੱਚ ਟਿਕਿਆ ਉਹ ਫਿਰ ਸੱਚ ਸੁਣਨ ਲਈ ਗੁਰੂ ਕੋਲ ਆਉਂਦੇ ਨੇ। ਪਰ ਸਾਹਿਬ ਨੇ ਇਹ ਵੀ ਆਖਿਆ ਬਾਣੀ ਦੇ ਵਿੱਚ, ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸੱਚ ਨਾ ਭਾਵਈ, ਜਿਨ੍ਹਾਂ ਮਨੁੱਖਾਂ ਨੂੰ ਸੱਚ ਨਹੀਂ ਪਾਇਆ, ਮੇਰੇ ਸਾਹਿਬ ਕਹਿੰਦੇ ਨੇ ਉਹ ਅਧੂਰੇ ਨੇ। ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ। ਜਿਹਨੂੰ ਸੁਣ ਕੇ ਤੇਰਾ ਮਨ ਤੇਰਾ ਤਨ ਹਰਿਆ ਹੋਵਾ, ਹਰਿਆ ਹੋਵਾ ਦਾ ਆਖਰੀ ਅਰਥ ਹੈ ਇਹ ਆਨੰਦ ਵਿੱਚ ਆ ਜਾਏਗਾ। ਸਾਧ ਸੰਗਤ, ਧਰਤੀ ਸ੍ਰਿਸ਼ਟੀ, ਇਹਦੇ ਅੰਦਰ ਪ੍ਰਮਾਤਮਾ ਨੇ ਜਿੰਨੀ ਵਨਸਪਤ ਪੈਦਾ ਕੀਤੀ ਹੈ, ਵੇਖੋ ਜਦੋਂ ਕਿਤੇ ਪਤਝੜ ਦੀ ਰੁੱਤ ਆਉਂਦੀ ਹੈ, ਵਨਸਪਤ ਜਿਹੜੀ ਹੈ ਪੱਤੇ ਝੜ ਜਾਣ, ਪਾਣੀ ਖੁਣੇ ਰੁੱਖ ਸੁੱਕ ਜਾਣ, ਇੰਜ ਲੱਗਦਾ ਵੀ ਜਿਵੇਂ ਇਹਨਾਂ ਦੇ ਅੰਦਰ ਹੁਣ ਜਾਨ ਪ੍ਰਾਣ ਖਤਮ ਹੋ ਗਏ ਨੇ। ਪਰ ਜਿਵੇਂ ਮੀਂਹ ਪੈਂਦਾ ਹੈ, ਵਨਸਪਤੀ ਮੌਲਦੀ ਹੈ, ਸਾਵਨ ਦਾ ਮਹੀਨਾ ਹੁੰਦਾ ਹੈ, ਦੇਖੋ ਫਿਰ ਇਹ ਜਦੋਂ ਹਰੀ ਹੁੰਦੀ ਹੈ ਤੇ ਇਹ ਖੇੜੇ ਵਿੱਚ ਆ ਜਾਂਦੀ ਹੈ। ਇਹਨੂੰ ਸਤਿਗੁਰ ਨੇ ਕਿਹਾ, ਮੌਲੀ ਧਰਤੀ ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ਼। ਸਭ ਕਹਿੰਦੇ ਨੇ ਇਹ ਧਰਤੀ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਮੌਲੀ ਖੇੜੇ ਵਿੱਚ ਆ ਗਈ। ਇਸੇ ਕਰਕੇ ਸਤਿਗੁਰ ਕਹਿੰਦੇ ਨੇ, ਜਿਨ੍ਹਾਂ ਸੁਣਿਆ ਉਹ ਤਨ ਤੇ ਮਨ ਕਰਕੇ ਆਨੰਦ ਵਿੱਚ ਆ ਗਏ। ਜਿਤ ਸੁਣੀ ਮਨ ਤਨ ਹਰਿਆ ਹੋਵਾ। ਜਦੋਂ ਕੰਨਾਂ ਨਾਲ ਸਰੋਤ ਸੱਚ ਸੁਣਿਆ, ਸਤਿਗੁਰ ਕਹਿੰਦੇ ਨਾ, ਮਨ ਵੀ ਆਨੰਦ ਵਿੱਚ, ਇਹਦਾ ਤਨ ਵੀ ਆਨੰਦ ਵਿੱਚ, ਇਹ ਮਨ ਤੇ ਤਨ ਕਰਕੇ ਆਨੰਦਿਤ ਹੋ ਗਿਆ। ਪਾਤਸ਼ਾਹ ਕਹਿੰਦੇ ਨੇ, ਤਾਂ ਕੀ ਗਤ ਕਹੀ ਨਾ ਜਾਏ। ਉਸ ਬੰਦੇ ਦੀ ਹੁਣ ਵਡਿਆਈ ਨਹੀਂ ਬਿਆਨ ਕੀਤੀ ਜਾ ਸਕਦੀ ਜਿਹਨੇ ਸੁਣ ਲਿਆ। ਦੋ ਸ਼ਬਦ ਨੇ ਬਾਣੀ ਵਿੱਚ, ਸਾਹਿਬ ਕਹਿੰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਇੱਥੇ ਸਤਿਗੁਰ ਕਹਿੰਦੇ ਨੇ, ਤਾਂ ਕੀ ਗਤ ਕਹੀ ਨਾ ਜਾਏ। ਜਿਹਨੇ ਸੁਣ ਲਿਆ ਉਹਦੇ ਜੀਵਨ ਵਿੱਚ ਆਨੰਦ ਆ ਗਿਆ, ਤੇ ਜਿੰਦੇ ਜੀਵਨ ਵਿੱਚ ਆਨੰਦ ਆ ਗਿਆ, ਸਤਿਗੁਰ ਕਹਿੰਦੇ ਨੇ ਉਹਦੀ ਗਤ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਤੇ ਪ੍ਰਮਾਤਮਾ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਕੇ ਉਹਦਾ ਰੂਪ ਹੋ ਗਿਆ। ਹੁਣ ਗੁਰੂ ਅਮਰਦਾਸ ਪਾਤਸ਼ਾਹ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਕਹਿ ਨਾਨਕ, ਹੇ ਨਾਨਕ ਜੀ ਇਹ ਆਖ, ਅੰਮ੍ਰਿਤ ਨਾਮ ਸੁਣੋ। ਸਤਿਗੁਰ ਦੇ ਅੰਮ੍ਰਿਤ ਨਾਮ ਨੂੰ ਸੁਣੋ। ਅੰਮ੍ਰਿਤ ਨਾਮ ਦੋ ਸ਼ਬਦ ਨੇ, ਨਾਮ ਰੂਪੀ ਅੰਮ੍ਰਿਤ, ਅੰਮ੍ਰਿਤ ਰੂਪੀ ਨਾਮ। ਹੁਣ ਪਾਤਸ਼ਾਹ ਕਹਿੰਦੇ ਨੇ, ਇਹ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ, ਪਰਮਾਤਮਾ ਦਾ ਹੁਕਮ ਜੋ ਸਦੀਵੀ ਸਾਡੇ ਨਾਲ ਹੈ,
ਪਰ ਸਾਨੂੰ ਸਿਰਫ ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਅਸੀਂ ਆਪਣੀ ਹਉਮੈ ਵਿੱਚ ਜੀ ਰਹੇ ਹਾਂ। ਜਦੋਂ ਕੰਨਾਂ ਨਾਲ ਸੱਚ ਸੁਣਾਂਗੇ ਫਿਰ ਸਮਝ ਆ ਜਾਏਗੀ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਫਿਰ ਸਮਝ ਆਏਗੀ ਨਾਨਕ ਪਰਮਾਤਮਾ ਨੇ ਕਿਰਪਾ ਕਰਕੇ ਤੈਨੂੰ ਆਪਣੇ ਹੁਕਮ ਵਿੱਚ ਸਾਜਿਆ ਤੇ ਉਹ ਹੁਕਮ ਕਿਤੇ ਬਾਹਰ ਨਹੀਂ, ਉਹ ਤੇਰੇ ਨਾਲ ਹੈ। ਔਰ ਉਹ ਨਾਲ ਹੁਕਮ ਜਿਹੜਾ ਲਿਖਿਆ ਸਤਿਗੁਰ ਕਹਿੰਦੇ ਨੇ ਉਹਦੀ ਪ੍ਰਤੀਤ ਆਏਗੀ ਕਿਵੇਂ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ। ਜਦੋਂ ਅੰਮ੍ਰਿਤ ਨਾਮ ਸੁਣਿਆ ਪਵਿੱਤਰ ਹੋਵੋ, ਫਿਰ ਤੁਸੀਂ ਪਵਿੱਤਰ ਹੋ ਜਾਓਗੇ। ਸਾਚੈ ਸੁਣਨੇ ਨੋ ਪਠਾਏ। ਫਿਰ ਸਮਝ ਆ ਜਾਏਗੀ ਵੀ ਤੁਹਾਨੂੰ ਪਰਮਾਤਮਾ ਨੇ ਇਸ ਸਰੀਰ ਦੇ ਨਾਲ ਸੰਸਾਰ ਦੀ ਨਿੰਦਾ ਚੁਗਲੀ ਸੁਣਨ ਲਈ ਨਹੀਂ, ਪਰਮਾਤਮਾ ਨੇ ਤੁਹਾਨੂੰ ਲਾਇਆ ਸੀ ਸੱਚ ਸੁਣਨ ਦੇ ਲਈ। ਜਿਹੜੀ ਆਪਣੀ ਸਰੋਤ ਵਿੱਚ ਸੱਚ ਟਿਕਾ ਲੈਂਦੇ ਨੇ ਸਾਧ ਸੰਗਤ, ਉਹਨਾਂ ਦਾ ਜੀਵਨ ਸੱਚ ਹੋ ਜਾਂਦਾ ਹੈ। ਉਹ ਸੱਚ ਹੋ ਨਿਬੜਦੇ ਨੇ, ਉਹ ਕਰਤੇ ਦਾ ਰੂਪ ਹੋ ਕੇ ਨਿਬੜਦੇ ਨੇ। ਬੇਅੰਤ ਉਦਾਹਰਨਾਂ ਸੀ ਇਤਿਹਾਸ ਵਿੱਚੋਂ ਪੜ੍ਹ ਸਕਨੇ ਆ, ਜਿਨ੍ਹਾਂ ਸੱਚ ਸੁਣਿਆ ਆਪਣੇ ਕੰਨਾਂ ਦੇ ਨਾਲ, ਜਿਨ੍ਹਾਂ ਦੇ ਕੰਨਾਂ ਵਿੱਚ ਸਤਿਗੁਰ ਕੀ ਬਾਣੀ ਦੀ ਸਰੋਤ ਪੈ ਗਈ ਏ, ਜਿਨ੍ਹਾਂ ਸੱਚ ਆਪਣੇ ਕੰਨਾਂ ਨਾਲ ਸੁਣ ਲਿਆ, ਮੇਰੇ ਸਤਿਗੁਰ ਨੇ ਕਿਰਪਾ ਕੀਤੀ। ਉਹਨਾਂ ਦੇ ਅੰਦਰ ਦੇ ਸਾਰੇ ਅਵਗੁਣ ਕੱਟ ਕੇ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਚਰਨਾਂ ਦਾ ਭੌਰਾ ਬਣਾ ਲਿਆ। ਉਹ ਸਦਾ ਲਈ ਗੁਰੂ ਦੇ ਹੋ ਗਏ। ਇਸੇ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ, ਹੇ ਮੇਰੇ ਕੰਨੋ, ਪਰਮਾਤਮਾ ਨੇ ਤੁਹਾਨੂੰ ਸੱਚ ਸੁਣਨ ਲਈ ਸਰੀਰ ਨਾਲ ਲਾਇਆ ਹੈ। ਤੁਸੀਂ ਸੱਚ ਸੁਣੋ, ਸੱਚ ਸੁਣੋਗੇ, ਇਸ ਹਿਰਦੇ ਤੱਕ ਸੱਚ ਪਹੁੰਚੇਗਾ, ਮਨ ਤੱਕ ਸੱਚ ਪਹੁੰਚੇਗਾ, ਮਨ ਤੱਕ ਸੱਚ ਪਹੁੰਚੇਗਾ ਤੇ ਮਨ ਨੂੰ ਆਪਣਾ ਵਜੂਦ ਨਜ਼ਰ ਵਿੱਚ ਆ ਜਾਏਗਾ ਕਿ ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਪਰ ਉਹ ਨਾਲ ਤਾਂ ਦਿਸੇਗਾ ਜੇ ਸਤਿਗੁਰ ਕਹਿੰਦੇ ਨੇ ਜੀਭ ਨਾਲ ਪਰਮਾਤਮਾ ਦੀ ਵਡਿਆਈ ਕਰੇਗਾ, ਕੰਨਾਂ ਨਾਲ ਪਰਮਾਤਮਾ ਦੀ ਉਸਤਤ ਸੁਣੇਗਾ, ਜੀਭਾਂ ਨਾਲ ਪਰਮਾਤਮਾ ਦੀ ਵਡਿਆਈ ਕਰੇਗਾ, ਤਾਂ ਹੀ ਸਤਿਗੁਰ ਨੇ ਬਾਣੀ ਵਿੱਚ ਆਖਿਆ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। हे मेरी ये जिंदे रसना ताने, रसना गुण गोपाल नित गायन, शांत सहज रहस मन उपजियो सगले दुख भलाए। धन गुरु अमरदास पातशाह जी मेहरमत कर, इन्हां अमृत बचनां नूं समझण दी दात अपने चरनां विचों बख्श देन। होईयां गलतियां बख्श लैणियां जी। वाहिगुरू जी का खालसा, वाहिगुरू।